Hello students, how are you? Welcome to your botany lecture. Beta, we have started Ascent of Sap. In that we have read physical theories. Now we will start cohesion tension theory. very important theory ਆ और ਜਿਹੜੀ कि acceptable theory ਆ for the conduction of water, transport of water or ascent of sap. Now first we will understand some of the terminology. Cohesion means water attraction, मतलब water molecules the attraction या फड़ के रखना. Adhesion means water and other substances ਦਾ जुड़ना. ਤਾਂ ਇਹ ਹੋ ਗਿਆ ਕੋਹੈਸ਼ਨ. ਫਿਰ ਆਪਾਂ ਥੋੜ੍ਹਾ ਜਿਹਾ ਸਟਰਕਚਰ ਆਫ ਲੀਫ ਡਿਸਕਸ ਕਰ ਲਈਏ. ਸਟਰਕਚਰ ਆਫ ਲੀਫ ਐਸ ਵੀ ਹੈਵ read in our other classes ਕਿ ਆ ਲੀਫ ਆ, ਅਗਰ ਅਸੀਂ ਲੀਫ ਦਾ ਲੌਂਗੀਟਿਊਡਨਲ ਸੈਕਸ਼ਨ ਜਾਂ TSB ਕੱਟ ਲਈਏ ਤਾਂ we will see following structures. Upper cuticle, then epidermis, below epidermis, palisade parenchyma, or it is also known as palisade mesophyll cells. Then spongy mesophyll cells. These are the spongy mesophyll cells, below spongy mesophyll cells, epidermis, cuticle, and at lower surface of the epidermis stomata are present. ਹੁਣ ਇਹਦੇ ਵਿੱਚ ਆਹ ਵੈਸਕੂਲਰ ਬੰਡਲਸ ਵੀ ਪ੍ਰੈਜ਼ੈਂਟ ਹੈ, ਜ਼ਾਈਲਮ ਔਰ ਫਲੋਇਮ. ਤਾਂ ਬੇਟਾ ਜਿਹੜਾ ਵੀ ਵਾਟਰ ਲੀਫ ਤੱਕ ਪਹੁੰਚਿਆ ਹੁੰਦਾ ਆ ਉਹ ਵਾਟਰ ਥਰੂ ਮੈਸੋਫਿਲ ਸੈਲਸ ਹੁੰਦਾ ਹੋਇਆ ਲੋਅਰ ਐਪੀਡਰਮਿਸ ਤੇ ਜਿਹੜੇ ਸਟੋਮੈਟਾਸ ਪ੍ਰੈਜ਼ੈਂਟ ਹੁੰਦੇ ਆ ਉੱਥੋਂ ਬਾਹਰ ਟਰਾਂਸਪੀਰੇਸ਼ਨ ਹੋ ਜਾਂਦਾ ਆ ਲੀਫ ਦੇ ਵਿੱਚ. ठीक है, ट्रांसपीरेशन हो गया मतलब लॉस ऑफ वाटर हो गया. ਇਹ ਤਾਂ ਜਨਰਲ ਜਿਹਾ ਇੱਕ ਸਟਰਕਚਰ ਸੀਗਾ ਲੀਫ ਦਾ, ਤਾਂ ਕਿ ਆਪਾਂ ਨੂੰ ਪਤਾ ਹੋਵੇ ਕਿ ਅਸੀਂ ਜਦੋਂ ਕੋਹੈਸ਼ਨ ਟੈਂਸ਼ਨ ਪੜ੍ਹਨਾ ਹੈ ਤਾਂ ਉਹਦੇ ਵਿੱਚ ਕੀ ਹੁੰਦਾ ਆ. ਹੁਣ ਕੋਹੈਸ਼ਨ ਔਰ ਐਡਹੈਸ਼ਨ ਹੁੰਦਾ ਆ ਤਾਂ ਇਹ ਕੀ ਕਰਦੇ ਆ, ਦੇ ਕ੍ਰੀਏਟ ਟੈਂਸ਼ਨ ਵਿਦਿਨ ਸਾਈਲਮ ਦੈਟ ਹੈਲਪਸ ਮੂਵ ਅਪਵਰਡ ਵਾਟਰ ਅਪਵਰਡ. ਹੁਣ ਟੈਂਸ਼ਨ ਦਾ ਮਤਲਬ ਹੁੰਦਾ ਆ ਇੱਕ ਤਰ੍ਹਾਂ ਦਾ, ਜੇ ਸਿੱਧੀ ਭਾਸ਼ਾ 'ਚ ਅਸੀਂ ਗੱਲ ਕਰੀਏ ਤਾਂ ਫੋਰਸ, ਕਿ ਫੋਰਸ ਉੱਥੇ ਇੱਕ ਡਿਵੈਲਪ ਹੋ ਜਾਂਦੀ ਆ. ਉਹ ਫੋਰਸ ਪ੍ਰੈਸ਼ਰ ਜਿਹੜਾ ਆ ਅਪਵਰਡ ਮੂਵਮੈਂਟ 'ਚ ਹੈਲਪ ਕਰਦੇ ਆ. ਤਾਂ ਹੁਣ ਆਪਾਂ ਇਹ ਸਾਰੇ ਕੋਹੈਸ਼ਨ ਐਡਹੈਸ਼ਨ ਕਿੱਦਾਂ ਹੈਗਾ ਆ ਜ਼ਾਈਲਮ ਵੈਸਲ ਦੇ ਵਿੱਚ. ਵਾਟਰ ਮੋਲੀਕਿਊਲਸ ਵਾਟਰ ਨੇ ਵਾਟਰ ਨੂੰ ਅਟਰੈਕਟ ਕਰ ਦੇਣਾ ਆ, ਦੋਨਾਂ ਨੇ ਫਿਰ ਜ਼ਾਈਲਮ ਵਾਲਸ 'ਤੇ ਚਿਪਕ ਜਾਣਾ ਆ. ਔਰ ਐਡਹੈਸ਼ਨ ਮਤਲਬ ਵਾਟਰ ਨੇ ਹੋਰ ਮਿਨਰਲ ਪਾਰਟੀਕਲਸ ਵੀ ਜਾਂ ਸਬਸਟੈਂਸਸ ਨੂੰ ਅਟਰੈਕਟ ਕਰਕੇ ਜੁੜ ਜਾਣੇ ਆ ਅਤੇ ਆਪ ਇਹਨੇ ਜ਼ਾਈਲਮ ਵਾਲਸ ਨਾਲ ਜੁੜ ਜਾਣਾ ਆ. ਤਾਂ ਇਸ ਲਈ ਇਹ ਪੜ੍ਹਨਾ ਜ਼ਰੂਰੀ ਆ. ਹੁਣ ਕੋਹੈਸ਼ਨ ਟੈਂਸ਼ਨ ਥਿਓਰੀ very important ਥਿਓਰੀ ਆ. ਇਹ ਓਰੀਜਨਲੀ ਪ੍ਰੋਡਿਊਸ ਕੀਤੀ ਸੀ ਡਿਕਸਨ ਐਂਡ ਜੋਲੀ ਨੇ ਇਨ 1894. ਅਤੇ ਆਸਕਮੈਸੀ ਸਾਇੰਟਿਸਟ ਸੀਗਾ, ਇਹਨੇ 1895 ਅਤੇ ਫਿਰ ਇਹਨੂੰ ਸਪੋਰਟ ਕੀਤਾ ਸੀ ਰੈਨਰ ਨੇ 1911, 15 'ਚ ਕਰਟਿਸ ਕਲਾਰਕ ਨੇ 1951, ਬੋਨਰ ਐਂਡ ਗੈਲਸਟਨ ਨੇ 1952, ਗ੍ਰੈਮਰ ਐਂਡ ਕੋਜ਼ਲੋਵਸਕੀ ਨੇ 1960. ਇਹ ਸਾਰੇ ਸਾਇੰਟਿਸਟ ਨੇ ਆਪਣੇ ਆਪਣੇ ਹਿਸਾਬ ਨਾਲ ਪ੍ਰੈਕਟੀਕਲਸ ਕਰਕੇ, ਫਿਜ਼ੀਕਲ ਪ੍ਰੈਕਟੀਕਲਸ ਕਰਕੇ ਫਿਰ ਇਹਦੇ ਥਿਓਰੀ ਦਾ ਸਮਰਥਨ ਦਿੱਤਾ ਸੀ ਕਿ ਇਹ ਠੀਕ ਆ. ਫਾਲੋਇੰਗ ਫੀਚਰਸ 'ਤੇ ਥਿਓਰੀ ਬੇਸਡ ਆ. ਪਹਿਲਾਂ ਆਪਾਂ ਗੱਲ ਕੀਤੀ ਕੋਹੈਸਿਵ ਅਤੇ ਐਡਹੈਸਿਵ ਪ੍ਰੋਪਰਟੀਜ਼ ਆਫ ਵਾਟਰ ਮੋਲੀਕਿਊਲਸ to form an unbroken continuous water column in the xylem. ਹੁਣ ਪਿੱਛੇ ਆਪਾਂ ਥੋੜ੍ਹਾ ਜਿਹਾ ਡਾਇਗਰਾਮ ਬਾਅਦ 'ਚ ਦੇਖਦੇ ਹਾਂ, ਸਿੰਪਲ ਦੱਸ ਦਿੰਦੀ ਹਾਂ. ਆਪਾਂ ਪੜ੍ਹਿਆ ਵੀ ਆ ਕਿ ਆਹ ਰੂਟਸ ਆ
ਆ ਸੋਇਲ ਦੇ ਵਿੱਚ ਵਾਟਰ ਮਿਨਰਲਸ ਵਗੈਰਾ ਪ੍ਰੈਜ਼ੈਂਟ ਆ। ਹੁਣ ਰੂਟਸ ਇਸ ਵਾਟਰ ਨੂੰ ਐਬਜ਼ੌਰਬ ਕਰਦੇ ਆ। ਤਾਂ ਆਪਾਂ ਹੁਣੇ ਹੀ ਉੱਪਰ ਜਿਹੜਾ ਡਾਇਗਰਾਮ ਦੇਖਿਆ ਕਿ ਇਪੀਡਰਮਿਸ ਦੈਨ ਤੁਹਾਡੇ ਐਂਡੋਡਰਮਿਸ ਪੈਰੀਸਾਈਕਲ ਵਗੈਰਾ ਸਾਰਾ ਕੁਛ ਜੇ ਲੇਅਰਸ ਹੈਗੀਆਂ ਆ, ਤਾਂ ਉਹ ਲੇਅਰਸ ਨੂੰ ਕ੍ਰੋਸ ਕਰਕੇ ਵਾਟਰ ਜਿਹੜਾ ਆ ਆਹ ਜ਼ਾਈਲਮ ਫਲੋਇਮ ਉੱਪਰ ਆਪਾਂ ਬਣਾਇਆ ਸੀਗਾ, ਜ਼ਾਈਲਮ ਤੱਕ ਪਹੁੰਚਦੀ ਆ। ਹੁਣ ਜ਼ਾਈਲਮ ਜਿਹੜਾ ਆ ਡਿਫਰੈਂਟ ਐਲੀਮੈਂਟਸ ਦਾ ਬਣਿਆ, ਉਹ ਵੀ ਆਪਾਂ ਹੁਣੇ ਪਿਛਲੇ ਲੈਕਚਰ 'ਚ ਦੇਖਿਆ ਆ ਕਿ ਵੈਸਲਸ ਜਾਂ ਫਿਰ ਟਰੈਕਿਟਸ ਉਹ 'ਚ ਪ੍ਰੈਜ਼ੈਂਟ ਹੁੰਦੇ ਆ। ਤਾਂ ਇਹ ਮਤਲਬ ਕੋਹੈਸ਼ਨ, ਹੁਣ ਵਾਟਰ ਜਿਹੜਾ ਆ ਉਹ ਕਹਿ ਲਓ ਕਿ ਮਿਨਰਲਸ ਨੂੰ ਵੀ ਲੈ ਕੇ, ਮਿਨਰਲਸ ਨੂੰ ਆਪਣੇ ਨਾਲ ਜੋੜ ਕੇ ਜ਼ਾਈਲਮ ਵਾਲਸ ਤੱਕ ਜਾਂ ਜ਼ਾਈਲਮ ਤੱਕ ਪਹੁੰਚਦਾ ਆ। ਤਾਂ ਇੱਕ ਕੰਟੀਨਿਊਸ ਕਾਲਮ ਵਾਟਰ ਦਾ ਜਿਹੜਾ ਆ ਉਹ ਬਣ ਜਾਂਦਾ, ਅਨਬ੍ਰੋਕਨ ਕੰਟੀਨਿਊਸ ਕਾਲਮ ਬਣ ਜਾਂਦਾ ਫਰੋਮ ਰੂਟ ਹੇਅਰ ਟੂ ਜ਼ਾਈਲਮ ਪਾਣੀ ਦਾ। ਇਹ ਤਾਂ ਸਿੰਪਲ ਭਾਸ਼ਾ 'ਚ ਆ, ਮੈਕੈਨਿਜ਼ਮ ਆਪਾਂ ਥੋੜ੍ਹਾ ਜਿਹਾ ਬਾਅਦ 'ਚ ਪੜ੍ਹਦੇ ਹਾਂ। ਹੁਣ ਟਰਾਂਸਪੀਰੇਸ਼ਨ ਪੁੱਲ ਔਰ ਟੈਂਸ਼ਨ ਐਗਜ਼ਰਟਿਡ ਐਟ ਦਿਸ ਵਾਟਰ ਕਾਲਮ। ਹੁਣ ਇਹ ਜਿਹੜਾ ਕੰਟੀਨਿਊਸ ਵਾਟਰ ਕਾਲਮ ਬਣਿਆ ਆ, ਇਹ ਜ਼ਾਈਲਮ 'ਚ ਜਦੋਂ ਜ਼ਾਈਲਮ ਤੱਕ ਪੂਰਾ ਵਾਟਰ ਕਾਲਮ ਬਣ ਜਾਂਦਾ ਆ, ਤਾਂ ਜ਼ਾਈਲਮ ਦੇ ਵਿੱਚ ਇਹਦੇ ਵਿੱਚ ਇੱਕ ਫੋਰਸ ਜਾਂ ਟੈਂਸ਼ਨ ਲੱਗਦੀ ਆ ਜਾਂ ਇੱਕ ਪੁੱਲ ਲੱਗਦਾ ਆ। ਉਹ ਪੁੱਲ ਦੇ ਥਰੂ ਵਾਟਰ ਜਿਹੜਾ ਆ ਕੰਟੀਨਿਊਸਲੀ ਮੂਵ ਕਰਦਾ ਰਹਿੰਦਾ ਆ ਅਤੇ ਪਹੁੰਚ ਜਾਂਦਾ ਆ ਟੂ ਦ ਟੋਪ ਆਫ ਈਵਨ ਟਾਲ ਟਰੀਜ਼। ਪਿਛਲੀਆਂ ਥਿਓਰੀਜ਼ ਆਪਾਂ ਪੜ੍ਹੀਆਂ ਸੀਗੀਆਂ ਕਿ ਟਾਲ ਟਰੀਜ਼ ਤੱਕ ਨਹੀਂ ਪਹੁੰਚ ਸਕਦਾ। ਹੁਣ ਜ਼ਾਈਲਮ ਵੈਸਲਸ ਅਸੀਂ ਦੇਖ ਲਏ ਆ, ਉੱਪਰ ਆ ਹੁਣੇ ਹੀ ਸਟਰਕਚਰ ਦੇਖਿਆ ਕਿ ਟਿਊਬੂਲਰ ਸਟਰਕਚਰਸ ਆ, ਰੂਟਸ ਤੋਂ ਟੋਪ ਆਫ ਦਾ ਪਲਾਂਟਸ ਤੱਕ ਇਹ ਫੈਲੇ ਹੁੰਦੇ ਆ। ਸੈਲਸ ਜਿਹੜੇ ਆ ਪਲੇਸਡ ਵਨ ਅਬਵ ਦਾ ਅਦਰ, ਆਪਾਂ ਜਿਹੜੇ ਆਹ ਡਾਇਗਰਾਮ ਦੇਖਿਆ ਸੀ ਪੇਡਸ ਵੈਸਲਸ, ਇਹ ਇਸ ਤਰ੍ਹਾਂ ਇੱਕ ਦੂਸਰੇ ਦੇ ਉੱਪਰ ਲੱਗ ਕੇ ਪੂਰੇ ਟੋਪ ਤੱਕ ਫੈਲੇ ਹੁੰਦੇ ਆ। ਐਂਡ ਵਾਲਸ ਆਫ ਪਰਫੋਰੇਟਡ ਫਾਰਮਿੰਗ ਆ ਕੰਟੀਨਿਊਸ ਟਿਊਬ, ਇੱਦਾਂ ਪੂਰੀ ਟਿਊਬ ਦੀ ਤਰ੍ਹਾਂ ਫੈਲੇ ਹੁੰਦੇ ਆ। These are supported by xylem tracheids which are characterized by having pores in their walls. One end of xylem tube ਜਿਹੜੀ ਆ ਉਹ ਕਨੈਕਟਡ ਹੁੰਦੀ ਆ with the root hairs via pericycle, endodermis, cortex, and another end is connected with the substomatal cavity in the leaves via mesophyll cells. This tube is filled with water. ਤਾਂ ਹੁਣੇ ਹੀ ਅਸੀਂ ਜਿਹੜਾ ਪਿਛਲੇ ਡਾਇਗਰਾਮ 'ਚ ਦੇਖਿਆ ਕਿ ਆਹ ਜ਼ਾਈਲਮ ਆ, ਵੈਸਲਸ ਹੈ, ਅਤੇ ਇਹ ਇੱਕ ਦੂਸਰੇ ਦੇ ਉੱਪਰ ਇੱਦਾਂ ਅਰੇਂਜਡ ਹੁੰਦੇ ਆ। ਨਾਲ ਹੀ ਇਹਨਾਂ ਦੇ ਆਹ ਜ਼ਾਈਲਮ ਟਰੈਕਿਡਸ ਪ੍ਰੈਜ਼ੈਂਟ ਹੁੰਦੇ ਆ, ਉਹਨਾਂ ਦੇ ਵਿੱਚ ਪਿਟਸ ਹੁੰਦੇ ਆ, ਅਤੇ ਪਿਟਸ ਜਿਹੜੇ ਆ ਇਹ ਸਾਰਾ ਜਿਹੜਾ ਕੰਟੀਨਿਊਸ ਕਹਿ ਲਓ ਕਿ ਸਟਰਕਚਰ ਬਣਿਆ ਹੁੰਦਾ ਵਨ ਅਬਵ ਦਾ ਅਦਰ, ਇੱਦਾਂ ਪਲੇਸਡ ਹੁੰਦੇ ਆ। ਪਿੱਛੇ ਆਪਾਂ ਪਰਫੋਰੇਟਡ ਐਂਡਸ ਮਤਲਬ ਇੱਦਾਂ ਦੇ ਐਂਡਸ ਪੜ੍ਹੇ ਸੀਗੇ, ਤਾਂ ਇਹ ਐਂਡਸ ਇੱਕ ਦੂਸਰੇ 'ਚ ਫਿੱਟ ਹੋ ਜਾਂਦੇ ਆ, ਤਾਂ ਕਰਕੇ ਪੂਰਾ ਇੱਕ ਪਾਈਪ ਜਿੱਦਾਂ ਲੰਬੀ ਪਾਈਏ ਹੁੰਦੀ ਆ ਉਸ ਤਰ੍ਹਾਂ ਦੇ ਪਾਈਪ ਜਿਹੜਾ ਬਣ ਜਾਂਦਾ ਪੂਰੇ ਟਰੀਜ਼ ਤੱਕ। ਹੁਣ ਇਹ ਅੰਦਰ ਹੀ ਅੰਦਰ ਕਨੈਕਟਡ ਹੁੰਦਾ ਹੈ, ਜਿੱਦਾਂ ਰੂਟ ਦੇ ਵਿੱਚ ਇਪੀਡਰਮਿਸ, ਕਾਰਟੈਕਸ, ਜ਼ਾਈਲਮ, ਫਿਰ ਉੱਪਰੋਂ ਲੀਵਸ ਦੇ ਵਿੱਚ ਮੇਸੋਫਿਲ ਸੈਲਸ, ਪੈਲੀਸੇਡ ਸੈਲਸ ਹੁਣੇ ਹੀ ਆਪਾਂ ਦੇਖੇ ਆ। ਤਾਂ ਇੱਦਾਂ ਥਰੂ ਆਊਟ ਇਹ ਸਟਰਕਚਰ ਜਿਹੜਾ ਆ ਕਨੈਕਟਡ ਹੁੰਦਾ ਆ, ਅਤੇ ਪੂਰੀ ਟਿਊਬ ਲਾਈਕ ਸਟਰਕਚਰ, ਅਤੇ ਉਹ ਟਿਊਬ ਜਿਹੜੀ ਆ ਪੂਰੀ ਪਾਣੀ ਦੇ ਨਾਲ ਫਿਲ ਹੋ ਜਾਂਦੀ ਆ ਜਾਂ ਪਾਣੀ ਖਿੱਚਦਾ ਆ। ਤਾਂ ਹੁਣ ਆਹ ਦੇਖੋ ਡਾਇਗਰਾਮ ਆ, ਡਾਇਗਰਾਮ ਆਹ ਰੂਟਸ ਤੋਂ ਪੂਰਾ ਵੈਸਲਸ ਲੀਵਸ ਤੱਕ, ਇਹ ਤਾਂ ਕਹਿ ਲਓ ਸਿੰਪਲ ਡਾਇਗਰਾਮ ਆ। ਆਹ ਰੂਟ ਹੇਅਰਸ ਜਾਂ ਰੂਟਸ ਵਾਟਰ ਨੂੰ ਐਬਜ਼ੌਰਬ ਕਰਦੀਆਂ ਫਰਮ ਸੋਇਲ, ਇਪੀਡਰਮਿਸ ਕਾਰਟੈਕਸ ਤੋਂ ਹੁੰਦੇ ਹੋਏ, ਐਂਡੋਡਰਮਿਸ ਤੋਂ ਹੁੰਦੇ ਹੋਏ, ਪੈਰਾਸਾਈਕਲ ਤੋਂ ਹੁੰਦੇ ਹੋਏ ਆ ਜ਼ਾਈਲਮ ਤੱਕ ਪਾਣੀ ਜਿਹੜਾ ਆ ਪਹੁੰਚ ਗਿਆ। ਹੁਣ ਇੰਟਰਨਲੀ ਇਹ ਕਨੈਕਟਡ ਹੁੰਦਾ ਪੂਰਾ, ਦੇਖੋ ਟਿਊਬਾਂ ਆਪਸ 'ਚ ਜੁੜੀਆਂ ਆ ਇੱਕ ਦੂਸਰੇ ਦੇ ਨਾਲ, ਅਤੇ ਮੀਜ਼ੋਫਿਲ ਸੈਲਸ ਐਪੀਡਰਮਿਸ ਤੋਂ ਹੁੰਦੇ ਹੋਏ ਇਹ ਪਾਣੀ ਜਿਹੜਾ ਆ ਪੂਰੇ ਪੱਤੀਆਂ ਦੇ ਵਿੱਚ ਪਹੁੰਚਦਾ ਆ। ਅਤੇ ਹੁਣ ਜਿੰਨਾ ਪਾਣੀ ਇਸ ਟਰੀ ਨੂੰ ਚਾਹੀਦਾ, ਪੱਤੀਆਂ ਨੂੰ ਚਾਹੀਦਾ, ਉਹਨਾਂ ਨੇ ਆਪਣੇ ਪਰਪਸ ਲਈ ਫੋਟੋਸਿੰਥੇਸਿਸ, ਰੈਸਪੀਰੇਸ਼ਨ, ਪੀਣ ਲਈ ਯੂਜ਼ ਕਰ ਲੈਣਾ। ਅਤੇ ਫਿਰ ਜਿਹੜਾ ਕੁਛ ਵਾਟਰ ਆ ਉਹ ਥਰੂ ਸਟੋਮੈਟਾ, ਦੇਖੋ ਸਟੋਮੈਟਾ ਇੱਥੇ ਬਣੇ ਹੋਏ ਆ,
ਥਰੂ ਸਟੋਮੈਟਾ ਜਿਹੜਾ ਆ ਉਹ ਟਰਾਂਸਪਾਇਰ ਹੋ ਜਾਣਾ ਇਨ ਦਾ ਫਾਰਮ ਆਫ ਵਾਟਰ ਵੇਪਰ ਜਾਂ ਲਾਸ ਆਫ ਵਾਟਰ ਇੱਥੇ ਹੋ ਜਾਣਾ ਆ। ਠੀਕ ਹੈ, ਸੈਕਿੰਡ ਡਾਇਗਰਾਮ 'ਚ ਵੀ ਇਹੀ ਉਹ ਜਰਾ ਲਾਈਟ ਡਾਇਗਰਾਮ ਸੀਗਾ, ਤਾਂ ਮੈਂ ਆਹ ਡਾਇਗਰਾਮ ਥੋੜ੍ਹਾ ਡਾਰਕ ਜਿਹੜਾ ਉਹ ਲੱਭ ਕੇ ਇੱਥੇ ਪਾਤਾ ਆ। ਆਹੀ ਵਾਟਰ ਦੇਖੋ ਜ਼ਾਈਲਮ, ਫਿਰ ਆਹ ਤਾਂ ਵਾਟਰ ਜਿਹੜਾ ਆ ਬਾਹਰ ਟਰਾਂਸਪਾਇਰ ਹੋ ਗਿਆ। ਹੁਣ ਟਰਾਂਸਪੀਰੇਸ਼ਨ ਦਾ ਆਪਾਂ ਇੱਥੇ ਬਾਰ-ਬਾਰ ਜ਼ਿਕਰ ਕਰ ਰਹੇ ਹਾਂ, ਕਿਉਂ ਡਿਸਕਸ ਕਰ ਰਹੇ ਹਾਂ? ਇਹੀ ਜਿਹੜਾ ਵਾਟਰ ਇੱਦਾਂ ਅਪਵਰਡ ਰਾਈਜ਼ ਕਰਕੇ ਬਾਹਰ ਟਰਾਂਸਪਾਇਰ ਹੁੰਦਾ ਆ, ਇਹ ਟਰਾਂਸਪਾਇਰ ਜਿਹੜਾ ਵਾਟਰ ਹੁੰਦਾ ਆ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਪੁੱਲ ਕ੍ਰੀਏਟ ਕਰਦਾ ਆ। ਬਾਹਰ ਨਿਕਲਣਾ ਆ ਤਾਂ ਜਿਵੇਂ ਹੁਣ ਆਪਾਂ ਪੈਟਰੋਲ ਕੱਢਣਾ ਹੋਵੇ ਸਕੂਟਰ 'ਚੋਂ, ਪਾਈਪ 'ਚ ਆਪਾਂ ਹਵਾ ਖਿੱਚਦੇ ਹਾਂ, ਪਹਿਲਾਂ ਹਵਾ ਦੇ ਨਾਲ ਸਾਹ ਇੱਦਾਂ ਮੂੰਹ 'ਚ ਪਾ ਕੇ ਖਿੱਚਦੇ ਹਾਂ ਅੰਦਰ ਨੂੰ, ਤਾਂ ਉਹਦੇ ਨਾਲ ਪੈਟਰੋਲ ਵੀ ਬਾਹਰ ਆਉਂਦਾ ਆ। ਤਾਂ ਇਸੇ ਤਰ੍ਹਾਂ ਇੱਥੇ ਜਦੋਂ ਲਾਸ ਆਫ ਵਾਟਰ ਹੋਈ ਜਾਣਾ, ਜਗ੍ਹਾ ਖਾਲੀ ਹੋਈ ਜਾਣੀ ਆ, ਤਾਂ ਉਹਨੇ ਇੱਕ ਫੋਰਸ ਲਗਾ ਕੇ ਪਾਣੀ ਨੂੰ ਆਪਣੇ ਵੱਲ ਖਿੱਚੀ ਜਾਣਾ ਆ। ਹੁਣ ਜ਼ਾਈਲਮ ਦੇ ਵਿੱਚ ਵੀ ਫੋਰਸ ਲੱਗਣੀ ਆ, ਉਸ ਫੋਰਸ ਨੇ ਪਾਣੀ ਨੂੰ ਉੱਪਰ ਨੂੰ ਧੱਕ ਦੇਣਾ ਆ, ਅਤੇ ਜਦੋਂ ਲਾਸ ਆਫ ਵਾਟਰ ਹੋਣਾ ਆ ਤਾਂ ਸਟੋਮੈਟਾ ਦੇ ਥਰੂ, ਤਾਂ ਇਹਨਾਂ ਇਪੀਡਰਮਿਸ ਜਾਂ ਮੇਜ਼ੋਫਿਲ ਸੈਲਸ ਨੇ ਪਾਣੀ ਨੂੰ ਆਪਣੇ ਵੱਲੋਂ ਹੋਰ ਖਿੱਚੀ ਜਾਣਾ ਆ। ਤਾਂ ਇੱਦਾਂ ਇਹ ਕੰਟੀਨਿਊਟੀ ਪਾਣੀ ਦੀ ਮੂਵਮੈਂਟ ਦੀ ਵੀ ਅਤੇ ਲਾਸ ਆਫ ਵਾਟਰ ਦੀ ਮੂਵਮੈਂਟ ਵੀ ਕੰਟੀਨਿਊਟੀ ਬਣੀ ਰਹਿੰਦੀ ਆ। ਤਾਂ ਕਰਕੇ ਜਿਹੜਾ ਆਪਾਂ ਕਹਿ ਰਹੇ ਹਾਂ ਕਿ ਕੰਟੀਨਿਊਸ ਕਾਲਮ ਆਫ ਵਾਟਰ ਜਾਂ ਅਨਬ੍ਰੇਕਨ ਕਾਲਮ ਆਫ ਵਾਟਰ ਜਿਹੜਾ ਆ ਉਹ ਹੈਲਪ ਕਰਦਾ ਇਨ ਦਾ ਮੂਵਮੈਂਟ ਆਫ ਵਾਟਰ। ਹੁਣ ਵਾਟਰ ਜਿਹੜਾ ਜ਼ਾਈਲਮ ਕੈਪੀਲਰੀਜ਼ ਦੇ ਵਿੱਚ ਫਿਲਡ ਹੁੰਦਾ ਆ ਡਿਊ ਟੂ ਕੋਹੈਸ਼ਨ ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ। ਫੋਰਸ ਹੋਲਡਿੰਗ ਅ ਸੋਲਿਡ ਔਰ ਲਿਕੁਇਡ ਟੁਗੈਦਰ ਓਇੰਗ ਟੂ ਅਟਰੈਕਸ਼ਨ ਬਿਟਵੀਨ ਦਾ ਮੋਲੀਕਿਊਲਸ, ਮਤਲਬ ਆਪਸ 'ਚ ਉਹ ਅਟਰੈਕਟ ਕਰਦੇ ਆ, ਰਿਪੈਲ ਕਰਦੇ ਹੁੰਦੇ ਫਿਰ ਤਾਂ ਜੁੜਨੇ ਹੀ ਨਹੀਂ ਸੀਗੇ, ਅਟਰੈਕਟ ਕਰਦੇ ਆ ਤਾਂ ਜੁੜੇ ਹੁੰਦੇ ਆ। ਐਡਹੈਸ਼ਨ ਸਟਿਕਿੰਗ ਟੂ ਦਾ ਸਰਫੇਸ, ਮਤਲਬ ਇੱਕ ਦੂਸਰੇ ਨਾਲ ਜੁੜਨਾ ਪਹਿਲਾਂ ਉਹਨਾਂ ਨੇ, ਫਿਰ ਜ਼ਾਈਲਮ ਦੇ ਸਰਫੇਸ ਨਾਲ ਜੁੜਨਾ, ਹੈ ਨਾ। ਪ੍ਰੋਪਰਟੀਜ਼ ਆਫ ਵਾਟਰ, ਇਹ ਐਡਹੈਸ਼ਨ ਕੋਹੈਸ਼ਨ ਪ੍ਰੋਪਰਟੀਜ਼ ਆਫ ਵਾਟਰ ਹੋਣ ਦੇ ਕਾਰਨ ਹੀ ਜਿਹੜਾ ਵਾਟਰ ਆ ਕੰਟੀਨਿਊਸ ਵਾਟਰ ਕਾਲਮ ਜਿਹੜਾ ਉਹ ਫਾਰਮ ਹੁੰਦਾ ਆ। ਵਾਟਰ ਕਾਲਮ ਜਿਹੜਾ ਆ ਮੰਨਿਆ ਜਾਂਦਾ ਆ ਕਿ ਇਹਦੇ ਵਿੱਚ ਟੁੱਟਦਾ ਨਹੀਂ ਹੈਗਾ, ਕੰਟੀਨਿਊਸ ਵਾਟਰ ਜਿਹੜਾ ਪੁੱਲ ਹੁੰਦਾ ਰਹਿੰਦਾ ਆ, ਬਣਿਆ ਹੁੰਦਾ ਆ। ਅਤੇ ਵਾਟਰ ਕਾਲਮ ਜਿਹੜਾ ਆ ਹੁਣ ਇਹਦੇ 'ਤੇ ਲੱਗਦੀਆਂ ਬਹੁਤ ਫੋਰਸਿਸ ਹੈ। ਜਦੋਂ ਆਹ ਇੱਥੇ ਵਾਟਰ ਜਿਹੜਾ ਮੂਵ ਕਰਨਾ ਆ ਇਹਦੇ ਵਿੱਚ, ਤਾਂ ਇੱਥੇ ਬਹੁਤ ਸਾਰੀ ਹੋਰ ਫੋਰਸਿਸ ਨੇ ਵੀ ਰੋਲ ਪਲੇ ਕਰਨਾ ਆ। ਉਹ ਫੋਰਸਿਸ ਜਿਹੜੇ ਆ ਜਿਵੇਂ ਕਿ ਉਹਨਾਂ ਨੇ ਕੋਸ਼ਿਸ਼ ਕਰਨੀ ਹੈ ਕਿ ਇਹ ਪਾਣੀ ਦੀ ਜਿਹੜੀ ਕੰਟੀਨਿਊਟੀ ਆ ਉਹ ਬ੍ਰੇਕ ਹੋਵੇ। ਲਾਈਕ ਵੇਟ ਆਫ ਕਾਲਮ, ਵਾਟਰ ਕਾਲਮ ਦਾ ਵੇਟ ਵੱਧ ਗਿਆ ਤਾਂ ਰੈਜ਼ਿਸਟੈਂਸ ਪੁੱਟ ਟੂ ਇਟ ਡਿਊਰਿੰਗ ਟਰਾਂਸਲੋਕੇਸ਼ਨ, ਜਿਹੜਾ ਉਹਦੇ 'ਤੇ ਕਹਿ ਲਓ ਕਿ ਵੇਟ ਜਾਂ ਫੋਰਸ ਮੈਗਨੀਚਿਊਡ ਲੱਗਿਆ ਹੁੰਦਾ ਆ ਡਿਊਰਿੰਗ ਟਰਾਂਸਲੋਕੇਸ਼ਨ, ਉਹ ਵੀ ਰੋਲ ਪਲੇ ਕਰਦਾ ਆ ਇਨ ਦਾ ਬ੍ਰੇਕਿੰਗ ਆਫ ਕੰਟੀਨਿਊਟੀ ਆਫ ਵਾਟਰ। ਪਰ ਇਹ ਫਿਰ ਵੀ ਟੁੱਟਦਾ ਨਹੀਂ ਹੈਗਾ ਵਾਟਰ ਕਾਲਮ। ਸਿੰਸ ਮੈਗਨੀਚਿਊਡ ਆਫ ਕੋਹੈਸਿਵ ਫੋਰਸ ਜਿਹੜਾ ਉਹ ਹਾਈ ਹੁੰਦਾ ਆ, ਜਿਵੇਂ 350 ਐਟਮੋਸਫੇਅਰ ਦੇ ਨੇੜੇ ਤੇੜੇ, ਤਾਂ ਕਾਲਮ ਇਜ਼ ਨਾਟ ਬ੍ਰੋਕਨ ਬਾਏ ਅਦਰ ਫੋਰਸਿਸ। ਮਤਲਬ ਜਿਹੜਾ ਅੰਦਰ ਮੈਗਨੀਚਿਊਡ ਹੁੰਦਾ ਆ ਉਹ 350 ਐਟਮੋਸਫੇਰਿਕ ਪ੍ਰੈਸ਼ਰ ਦਾ ਹੁੰਦਾ, ਇਸ ਕਰਕੇ ਬਾਹਰੀ ਫੋਰਸਾਂ ਜਿਹੜੀਆਂ ਆ, ਤਾਕਤਾਂ ਲੱਗਦੀਆਂ ਆ, ਉਹ ਨਹੀਂ ਉਹਨੂੰ ਬ੍ਰੇਕ ਕਰ ਪਾਉਂਦੀਆਂ, ਇੱਦਾਂ ਮੰਨਿਆ ਜਾਂਦਾ ਆ। ਤਾਂ ਹੀ ਪਾਣੀ ਤੁਰਦਾ ਰਹਿੰਦਾ ਉੱਪਰ ਤੱਕ ਜਾਂ ਪਹੁੰਚਦਾ ਰਹਿੰਦਾ ਲੀਵਸ ਵਗੈਰਾ ਤੱਕ। ਹੁਣ ਇੰਪੋਰਟੈਂਟ ਫੈਕਟਰ ਵਿਚ ਕੈਨ ਕਹਿ ਲਓ ਕਿ ਡਿਸਕੰਟੀਨਿਊ ਦਾ ਵਾਟਰ, ਇਹ ਮੰਨਿਆ ਜਾਂਦਾ ਆ ਕਿ ਇੱਕ ਫੈਕਟਰ ਹੈਗਾ ਆ ਜਿਹੜਾ ਕਿ ਕੰਟੀਨਿਊਟੀ ਆਫ ਵਾਟਰ ਨੂੰ ਬ੍ਰੇਕ ਕਰ ਸਕਦਾ ਹੈ। ਉਹ ਹੈਗਾ ਕਿ ਜੇ ਏਅਰ ਬਬਲ ਆ ਗਿਆ ਵਿੱਚ, ਜਿਵੇਂ ਆ ਜ਼ਾਈਲਮ ਵੈਸਲ ਆ, ਕਿਤੇ ਵੀ ਏਅਰ ਬਬਲ ਆ ਗਿਆ ਤਾਂ ਇਹ ਏਅਰ ਬਬਲ ਜਿਹੜਾ ਆ ਕੰਟੀਨਿਊਟੀ ਆਫ ਵਾਟਰ ਬ੍ਰੇਕ ਕਰ ਸਕਦਾ ਹੈ। ਇੱਦਾਂ ਕੁਝ ਸਾਇੰਟਿਸਟ ਮੰਨਦੇ ਆ, ਲੇਕਿਨ
ਜਿਹੜਾ ਸਕੋਲੈਂਡਰ ਇੱਕ ਸਾਇੰਟਿਸਟ ਸੀਗਾ, ਉਹਨੇ ਇੱਕ ਪ੍ਰੈਕਟੀਕਲ ਕੀਤਾ ਸੀ। ਉਹ ਪ੍ਰੈਕਟੀਕਲ ਤੋਂ ਪ੍ਰੂਵ ਕੀਤਾ ਸੀ ਕਿ ਏਅਰ ਦਾ ਬਬਲ ਵੀ ਇਸ ਵਾਟਰ ਕਾਲਮ ਨੂੰ ਨਹੀਂ ਤੋੜ ਸਕਦਾ ਹੈਗਾ। ਅਗਰ ਏਅਰ ਬਬਲ ਇੰਟਰੋਡਿਊਸ ਵੀ ਹੋ ਜਾਂਦਾ ਆ ਤਾਂ ਇੰਡੀਵਿਜੂਅਲ ਵਾਟਰ ਕਾਲਮ ਜਿਹੜੇ ਆ ਉਹ ਨਹੀਂ ਬ੍ਰੇਕ ਹੁੰਦੇ ਅਤੇ ਕੰਟੀਨਿਊਸ ਪਾਣੀ ਜਿਹੜਾ ਆ ਉਹ ਤੁਰਦਾ ਰਹਿੰਦਾ ਆ ਉੱਪਰ ਤੱਕ ਥਰੂ ਪੇਟਸ ਪ੍ਰੈਜ਼ੈਂਟ ਇਨ ਦਾ ਸੈਲ ਵਾਲਸ। ਤਾਂ ਇਹਨੂੰ ਵੀ ਪ੍ਰੈਕਟੀਕਲੀ ਪ੍ਰੂਵ ਕਰਤਾ ਸੀ ਕਿ ਚਾਹੇ ਬਬਲ ਵੀ ਆ ਜਾਵੇ ਤਾਂ ਵੀ ਪਾਣੀ ਜਿਹੜਾ ਉਹ ਨਹੀਂ ਰੁਕਦਾ, ਵਾਟਰ ਕਾਲਮ ਨਹੀਂ ਟੁੱਟਦਾ, ਤੁਰਦਾ ਰਹਿੰਦਾ ਆ, ਪਹੁੰਚ ਜਾਂਦਾ ਲੀਵਸ ਤੱਕ। ਆ ਜਿਵੇਂ ਜ਼ਾਈਲਮ ਵੈਸਲਸ ਚਾਹ ਏਅਰ ਬਬਲ ਦਿਖਾਇਆ ਆ, ਇਹ ਵੀ ਨਹੀਂ ਤੋੜ ਪਾਉਂਦਾ, ਇੱਦਾਂ ਸਕੋਲੈਂਡਰ ਨੇ ਪ੍ਰੂਵ ਕੀਤਾ ਸੀ। ਹੁਣ ਅਬਵ ਡਿਸਕਸ਼ਨ ਤੋਂ ਇਹ ਕਲੀਅਰ ਹੋ ਜਾਂਦਾ ਆ ਕਿ ਵਾਟਰ ਕਾਲਮ ਜ਼ਾਈਲਮ ਦੇ ਵਿੱਚ ਕੰਟੀਨਿਊਸ ਬਣਿਆ ਰਹਿੰਦਾ ਆ ਔਰ ਇਹ ਐਕਸਟੈਂਡ ਹੁੰਦਾ ਫਰਮ ਸਬਸਟੋਮੈਟਲ ਕੈਵਿਟੀਜ਼ ਇਨ ਲੀਵਸ ਟੂ ਰੂਟਸ, ਮਤਲਬ ਪੂਰਾ ਉੱਪਰੋਂ ਥੱਲੇ ਤੱਕ ਸਾਰਾ ਜਿਹੜਾ ਆਹ ਕਾਲਮ ਆ ਇਹ ਕੰਟੀਨਿਊਸਲੀ ਮੇਨਟੇਨਡ ਰਹਿੰਦਾ ਆ, ਬ੍ਰੇਕ ਨਹੀਂ ਹੁੰਦਾ ਹੈਗਾ। ਅਗਰ ਇਹ ਇੱਦਾਂ ਸਾਨੂੰ ਦਿਖਦਾ ਆ ਕਿ ਜਿੱਦਾਂ ਆਪਾਂ ਪਾਣੀ ਅਗਰ ਖੂਹੇ 'ਚ ਰੱਸੀ ਨਾਲ ਬਾਲਟੀ ਬੰਨ੍ਹ ਕੇ ਤਾਰੀਏ, ਅਸੀਂ ਉਹਨੂੰ ਖਿੱਚੀ ਜਾਈਏ, ਰੱਸੀ ਉੱਪਰ ਆ ਜਾਂਦੀ ਆ, ਬਾਲਟੀ ਵੀ ਉੱਪਰ ਆ ਜਾਂਦੀ ਆ, ਫਿਰ ਆਪਾਂ ਬਾਲਟੀ ਥੱਲੇ ਪਾ ਦਈਏ। ਜਾਂ ਤੁਸੀਂ ਉਹ ਖੇਤਾਂ ਦੇ ਵਿੱਚ ਉਹ ਟਿੰਡਾਂ ਵਾਲਾ ਹੱਲ ਚੱਲਦੇ ਦੇਖਿਆ ਹੋਣਾ ਆ, ਉਹ ਪਾਣੀ ਕਿੱਦਾਂ ਨਿਕਲਦਾ ਆ। ਇਸ ਤਰ੍ਹਾਂ ਦੇ ਕਹਿ ਲਓ ਕਿ ਇਹਨਾਂ ਨਾਲ ਅਸੀਂ ਇਹ ਪ੍ਰੂਵ ਕਰ ਸਕਦੇ ਹਾਂ ਕਿ ਇਹ ਜਿਹੜਾ ਆ ਉੱਥੇ ਅਪਵਰਡ ਮੂਵਮੈਂਟ ਹੁੰਦੀ ਆ ਵਾਟਰ ਦੀ, ਅਤੇ ਪਲਾਂਟਸ ਦੇ ਵਿੱਚ ਜਿਹੜਾ ਪੁੱਲ ਲੱਗਦਾ ਆ, ਟਰਾਂਸਪੀਰੇਸ਼ਨ ਪੁੱਲ ਉਹਨੂੰ ਕਹਿੰਦੇ ਆ, ਕਿਉਂਕਿ ਟਰਾਂਸਪੀਰੇਸ਼ਨ ਉੱਪਰੋਂ ਹੁੰਦਾ ਰਹਿੰਦਾ, ਫਿਰ ਉਹ ਥੱਲਿਓਂ ਪਾਣੀ ਖਿੱਚਦਾ ਰਹਿੰਦਾ, ਫਿਰ ਟਰਾਂਸਪੀਰੇਸ਼ਨ ਉੱਪਰੋਂ ਹੁੰਦਾ ਰਹਿੰਦਾ। ਉਹ ਟਰਾਂਸਪੀਰੇਸ਼ਨ ਜਿਹੜਾ ਆ ਜਗ੍ਹਾ ਖਾਲੀ ਹੁੰਦੀ ਆ, ਫੋਰਸ ਲਗਾਉਂਦਾ ਅਤੇ ਪਾਣੀ ਉੱਪਰ ਖਿੱਚਦਾ ਰਹਿੰਦਾ ਆ। ਵਾਟਰ ਵੇਪਰ ਜਿਹੜਾ ਇਵੈਪੋਰੇਟ ਹੁੰਦਾ ਫਰੋਮ ਮੀਜ਼ੋਫਿਲ ਸੈਲਸ, ਹੁਣ ਹੀ ਅਸੀਂ ਆਹ ਇੱਥੇ ਮੀਜ਼ੋਫਿਲ ਸੈਲਸ ਦੇਖ ਕੇ ਹਟੇ ਹਾਂ, ਇੱਥੋਂ ਜਿਹੜਾ ਇਵੈਪੋਰੇਟ ਹੁੰਦਾ ਆ ਉਹ ਆਹੀ ਜਿਹੜੇ ਇੰਟਰਸੈਲੂਲਰ ਸਪੇਸਿਸ ਵਗੈਰਾ ਬਣੇ ਹੁੰਦੇ ਆ, ਇਹ ਟਰਾਂਸਪੀਰੇਸ਼ਨ ਪੁੱਲ ਜਿਹੜਾ ਬਣਾਉਂਦੇ ਆ। ਠੀਕ ਹੈ, ਲਾਸ ਆਫ ਵਾਟਰ ਹੁੰਦਾ ਰਹਿੰਦਾ ਆ। ਇਹ ਹੁਣ ਇੰਪੋਰਟੈਂਟ ਆ ਕਿ ਜਿਹੜਾ ਆਹ ਟਰਾਂਸਪੀਰੇਸ਼ਨ ਹੁੰਦਾ ਆ, ਤਾਂ ਬੇਟਾ ਆਪਾਂ ਗੱਲ ਕੀਤੀ ਸੀਗੀ ਕਿ ਜਿਵੇਂ ਜਿਵੇਂ ਪਾਣੀ ਨੇ ਉੱਪਰ ਮੂਵ ਕਰੀ ਜਾਣਾ, ਉਹਦੇ ਨਾਲ ਮਿਨਰਲਸ ਵਗੈਰਾ ਜ਼ਿਆਦਾ ਡਿਜ਼ੋਲਵ ਹੋਈ ਜਾਣੇ ਆ, ਤਾਂ ਵਾਟਰ ਪੋਟੈਂਸ਼ੀਅਲ ਜਿਹੜਾ ਆ ਉਹ ਘੱਟਦਾ ਆ, ਹੈ ਨਾ। ਸੈੱਲ ਜਦੋਂ ਪਿਓਰ ਵਾਟਰ ਤੋਂ ਸੋਲਿਊਸ਼ਨ ਬਣ ਜਾਂਦਾ ਜਾਂ ਸੈਪ ਬਣ ਜਾਂਦਾ ਆ, ਤਾਂ ਸੈਪ ਜਿੱਥੇ ਬਣਿਆ ਹੁੰਦਾ ਉੱਥੇ ਵਾਟਰ ਪੋਟੈਂਸ਼ੀਅਲ ਜਿਹੜਾ ਘੱਟ ਜਾਂਦਾ ਆ। ਤਾਂ ਸੇਮ ਵੇ ਇੱਥੇ ਵੀ ਜਦੋਂ ਮੀਜ਼ੋਫਿਲ ਸੈਲਸ ਤੋਂ ਪਾਣੀ ਲਾਸ ਹੁੰਦਾ ਆ ਤਾਂ ਇਟ ਕਾਜ਼ਿਜ਼ ਡਿਕਰੀਜ਼ ਇਨ ਦਾ ਵਾਟਰ ਪੋਟੈਂਸ਼ੀਅਲ। ਠੀਕ ਹੈ, ਔਰ ਕਿਉਂ ਡਿਕਰੀਜ਼ ਹੁੰਦਾ ਆ? ਕਿਉਂਕਿ ਸੈਲ ਸੈਪ ਆਫ ਮੀਜ਼ੋਫਿਲ ਸੈਲਸ ਜਿਹੜਾ ਆ ਇਟ ਬਿਕਮਸ ਮੋਰ ਕੰਸਨਟ੍ਰੇਟਿਡ ਐਂਡ ਕੰਸੀਕੁਐਂਟਲੀ ਦੇਅਰ ਵਾਟਰ ਪੋਟੈਂਸ਼ੀਅਲ ਇਜ਼ ਡਿਕਰੀਜ਼ਡ। ਕੰਸਨਟ੍ਰੇਟਿਡ ਦਾ ਮਤਲਬ ਜ਼ਿਆਦਾ ਉਹਦੇ ਵਿੱਚ ਮਿਨਰਲਸ ਜਿਹੜੇ ਆ ਉਹ ਜੁੜ ਜਾਂਦੇ ਆ, ਡਿਜ਼ੋਲਵ ਹੋ ਜਾਂਦੇ ਆ। ਵਾਟਰ ਮੂਵਸ ਫਰਮ ਸੈਲ ਟੂ ਸੈਲ ਅਲੋਂਗ ਦਾ ਵਾਟਰ ਪੋਟੈਂਸ਼ੀਅਲ। ਹੁਣ ਅਸੀਂ ਇੱਥੇ ਕਹਿ ਸਕਦੇ ਹਾਂ ਕਿ ਪਾਣੀ ਜਿਹੜਾ ਆ ਉਹ ਵਾਟਰ ਪੋਟੈਂਸ਼ੀਅਲ ਦੇ ਅਲੋਂਗ ਵਿਦ ਦਾ ਵਾਟਰ ਪੋਟੈਂਸ਼ੀਅਲ ਵੀ ਮੂਵ ਕਰ ਸਕਦਾ ਆ। ਜਿਵੇਂ ਵਾਟਰ ਮੂਵਸ ਫਰਮ ਹਾਇਰ ਵਾਟਰ ਪੋਟੈਂਸ਼ੀਅਲ ਲੈਵਲ ਟੂ ਦਾ ਲੋਅਰ ਵਾਟਰ ਪੋਟੈਂਸ਼ੀਅਲ ਲੈਵਲ। Finally, movement of water within the leaf is transmitted to water filled in the xylem elements. ਤਾਂ ਪਾਣੀ ਪੂਰਾ ਮੂਵ ਕਰ ਜਾਂਦਾ ਆ। ਦਿਸ ਕਹਿ ਲਓ ਕਿ ਜਿਹੜੀ ਪਾਣੀ ਦੀ ਮੂਵਮੈਂਟ ਆ ਲੀਫ ਦੇ ਵਿੱਚ ਉਹ ਟਰਾਂਸਮਿਟ ਹੁੰਦੀ ਆ ਟੂ ਵਾਟਰ ਫਿਲਡ ਇਨ ਦਾ ਐਲੀਮੈਂਟਸ। ਦਿਸ ਐਗਜ਼ਰਟਸ ਅ ਪੁੱਲ ਐਂਡ ਵਾਟਰ ਜਿਹੜਾ ਫਿਲਡ ਹੁੰਦਾ ਆ ਉਹ ਮੂਵ ਕਰ ਜਾਂਦਾ ਅਪਵਰਡਲੀ। ਠੀਕ ਹੈ,
ਫਿਰ ਜਿਹੜਾ ਕਹਿ ਲਓ ਕਿ ਨੈਕਸਟ ਸਾਡੇ ਟੌਪਿਕ ਹੈਗਾ ਆ, ਪੁੱਲ ਨੂੰ ਟਰਾਂਸਪੀਰੇਸ਼ਨ ਪੁੱਲ ਕਹਿੰਦੇ ਆ। ਟੈਂਸ਼ਨ ਜਨਰੇਟਡ ਜਿਹੜਾ ਹੁੰਦਾ ਆ, ਪੂਰਾ ਕੰਟੀਨਿਊਸਲੀ ਫਲੋ ਕਰਦਾ, ਕਿਤੇ ਵੀ ਟੁੱਟਦਾ ਨਹੀਂ ਹੈਗਾ। ਦੈਨ ਇਹਦੇ ਹੈਗੇ ਆ ਐਵੀਡੈਂਸਿਸ ਇਨ ਸਪੋਰਟ ਆਫ ਕੋਹੈਸ਼ਨ ਟੈਂਸ਼ਨ। ਤਾਂ ਮੈਂ ਦੱਸਿਆ ਕਿ ਜਿੰਨੀਆਂ ਥਿਓਰੀ ਸੀਗੀਆਂ ਉਹ ਤਕਰੀਬਨ ਰਿਜੈਕਟਡ ਥਿਓਰੀ ਸੀਗੀ। ਸਿਰਫ ਕੋਹੈਸ਼ਨ ਟੈਂਸ਼ਨ ਜਿਹੜੀ ਥਿਓਰੀ ਆ ਇਹਨੂੰ ਫਿਰ ਵੀ ਸਪੋਰਟ ਮਿਲੀ ਆ। ਤਾਂ ਉਹ ਸਪੋਰਟ ਕੀ ਸੀ, ਸਕੋਲੈਂਡਰ ਨੇ ਪ੍ਰੈਕਟੀਕਲੀ ਪ੍ਰੂਵ ਕੀਤਾ ਸੀ, ਐਵੀਡੈਂਸਿਸ ਦਿੱਤੇ ਸੀਗੇ ਕਿ ਵਾਟਰ ਜਿਹੜਾ ਆ ਉਹ ਫਰੀਲੀ ਸੈਪ ਜਿਹੜਾ ਉਹ ਫਰੀਲੀ ਮੂਵ ਕਰਦਾ ਆ ਕਾਲਮ ਦੇ ਥਰੂ, ਜਾਂ ਇੱਕ ਕੰਟੀਨਿਊਸ ਕਾਲਮ ਬਣਿਆ ਹੁੰਦਾ ਆ। ਅਤੇ ਠੀਕ ਹੈ, ਫਿਰ ਆਲ ਦਾ ਫੋਰਸਿਸ ਕੰਬਾਈਨਡ ਟੂਗੈਦਰ ਹੈਵ ਬੀਨ ਫਾਊਂਡ ਟੂ ਬੀ 50 ਐਟਮੋਸਫੇਅਰ। ਮਤਲਬ ਜਿੰਨੀਆਂ ਬਾਹਰੀ ਤਾਕਤਾਂ ਆ ਉਹਨਾਂ ਦਾ ਪ੍ਰੈਸ਼ਰ ਸਿਰਫ 50 ਐਟਮੋਸਫੇਅਰ ਦੇਖਿਆ ਗਿਆ ਆ। ਇਨ ਟਾਲੈਸਟ ਟਰੀਜ਼ ਵਿਚ ਕ੍ਰੀਏਟਸ obstacle, but the adhesive force of water is up to 350 atmospheric pressure which prevents breaking of the column। ਤਾਂ ਐਡਹੈਸਿਵ ਫੋਰਸ ਜਿਹੜੀ ਆ ਇਹਦਾ ਪ੍ਰੈਸ਼ਰ ਜਿਹੜਾ ਆ ਉਹ 350 ਐਟਮੋਸਫੇਅਰ ਆ। ਤਾਂ ਇਹਦਾ ਪ੍ਰੈਸ਼ਰ ਜ਼ਿਆਦਾ ਹੋਣ ਕਰਕੇ ਵੀ ਕੰਟੀਨਿਊਸ ਵਾਟਰ ਕਾਲਮ ਜਿਹੜਾ ਉਹ ਬਣਿਆ ਰਹਿੰਦਾ ਆ। ਲੀਫੀ ਟਵਿਗ ਜਿਹਦੇ ਵਿੱਚ ਜਿਹੜੀ ਟਹਿਣੀ ਦੇ ਵਿੱਚ ਪੱਤੀਆਂ ਲੱਗੀਆਂ ਹੁੰਦੀਆਂ ਆ, ਕੱਟ ਅੰਡਰ ਵਾਟਰ ਐਂਡ ਦ ਕੱਟ ਐਂਡ ਆਫ ਟਵਿਗ ਸੀਲਡ ਟੂ ਦ ਟਾਪ ਆਫ ਅ ਮਰਕਰੀ, the manometer has been shown to pull the mercury above barometric level। ਬੈਰੋਮੈਟ੍ਰਿਕ ਲੈਵਲ ਜਿੱਦਾਂ ਹੁਣ ਆਪਾਂ ਟੈਂਪਰੇਚਰ ਗਿਣਦੇ ਹਾਂ ਕਿ 98.6 ਸਾਡਾ ਨੋਰਮਲ ਟੈਂਪਰੇਚਰ ਆ, ਉਸ ਤੋਂ ਵੱਧ ਸਾਡੀ ਬਾਡੀ ਨੂੰ ਟੈਂਪਰੇਚਰ ਹੋ ਜਾਂਦਾ ਆ। ਤਾਂ ਐਸੇ ਹੀ ਤਰ੍ਹਾਂ ਉੱਪਰੋਂ ਟਹਿਣੀ ਕੱਟ ਲਈ ਪਾਣੀ ਦੇ ਵਿੱਚ ਹੀ ਰੱਖ ਕੇ, ਅਤੇ ਉਹ ਕੱਟ ਐਂਡ ਜਿਹੜਾ ਟਵਿਗ ਦਾ ਉਹਨੂੰ ਉੱਪਰ ਮਰਕਰੀ ਲਗਾਤਾ, ਮਰਕਰੀ ਬੈਰੋਮੀਟਰ। ਤਾਂ ਦੇਖਿਆ ਗਿਆ ਕਿ ਜਿਹੜਾ ਵਾਟਰ ਆ ਮਰਕਰੀ ਜਿਹੜਾ ਉਹ ਪੁੱਲ ਹੋ ਜਾਂਦਾ, ਮਤਲਬ ਰਾਈਸ ਕਰ ਜਾਂਦਾ ਆ ਨੋਰਮਲ ਤੋਂ। ਫਿਰ ਅਗਰ ਵਾਟਰ ਇਜ਼ ਅੰਡਰ ਟੈਂਸ਼ਨ ਹੈ ਨਾ, ਆਪਾਂ ਕਿਹਾ ਕਿ ਉੱਥੇ ਟੈਂਸ਼ਨ ਜਾਂ ਫੋਰਸ ਲੱਗਦੀ ਹੈ। ਦ ਸਟ੍ਰੇਨ ਇਨ ਦ ਵੈਸਲਸ ਸ਼ੁੱਡ ਕਾਜ਼ ਦੇਅਰ diameters to decrease in diameter of tree stems have been observed when the transpiration is high। ਸੌਖਾ ਹੀ ਆ ਕਿ ਅਗਰ ਪਾਣੀ 'ਤੇ ਕੋਈ ਫੋਰਸ ਲੱਗਦੀ ਹੈ ਜਾਂ ਕੋਈ ਟੈਂਸ਼ਨ ਲੱਗਦਾ ਆ, ਤਾਂ ਜਿਹੜੇ ਵੈਸਲ ਦੇ ਵਿੱਚ ਸਟ੍ਰੇਨ ਹੁੰਦੇ ਆ, ਛੇਦ ਹੁੰਦੇ ਆ, ਉਹਨਾਂ ਦਾ ਡਾਇਆਮੀਟਰ ਹਲਕਾ ਜਿਹਾ ਡਿਕਰੀਜ਼ ਹੋ ਜਾਂਦਾ ਆ। ਔਰ ਇਹ ਡਾਇਆਮੀਟਰ ਜਿਹੜਾ ਡਿਕਰੀਜ਼ ਹੁੰਦਾ ਆ, ਟਰੀ ਸਟੈਮਸ ਹੈਵ ਬੀਨ ਓਬਜ਼ਰਵਡ, ਇਹਨਾਂ 'ਚ ਵੀ ਦੇਖਿਆ ਗਿਆ ਜਦੋਂ ਟਰਾਂਸਪੀਰੇਸ਼ਨ ਹਾਈ ਹੁੰਦਾ ਆ, ਉੱਪਰੋਂ ਪੱਤੀਆਂ ਤੋਂ ਵਾਟਰ ਲੋਸ ਜ਼ਿਆਦਾ ਹੁੰਦਾ, ਉਸ ਵੇਲੇ ਟਰਾਂਸਪੀਰੇਸ਼ਨ ਜਿਹੜਾ ਆ ਉਹ ਡਾਇਆਮੀਟਰ ਦੇਖਿਆ ਗਿਆ ਆ ਹਾਈ। ਫਿਰ ਇਹਦੇ ਡਾਇਆਮੀਟਰ ਹਾਈ ਨਹੀਂ ਡਿਕਰੀਜ਼ ਹੋਇਆ ਹੁੰਦਾ ਹੈ ਟਰਾਂਸਪੀਰੇਸ਼ਨ ਜਦੋਂ ਹਾਈ ਹੁੰਦੀ ਹੈ। ਫਿਰ ਨੈਕਸਟ ਇਹਦੇ ਕੁਝ ਕ੍ਰਿਟਿਸਿਜ਼ਮ ਸੀਗੇ। ਕ੍ਰਿਟਿਸਿਜ਼ਮ ਤਾਂ ਸੀਗੇ ਮਾੜੇ ਮੋਟੇ ਪ੍ਰੈਕਟੀਕਲੀ ਜਿਹੜੇ ਇਹਨਾਂ ਨੇ ਪ੍ਰੂਵ ਕੀਤੇ ਸੀਗੇ। ਕ੍ਰਿਟਿਸਿਜ਼ਮ ਕੀ ਆ ਕਿ ਇਹ ਥਿਓਰੀ ਅਜ਼ਿਊਮ ਕਰਦੀ ਹੈ ਕਿ ਟਰੈਕਿਡਸ ਜਿਹੜੇ ਉਹ ਜ਼ਿਆਦਾ ਇਫੈਕਟਿਵ ਆ ਦੈਨ ਵੈਸਲਸ। ਰੀਸੈਂਟ ਫਾਈਂਡਿੰਗ ਸ਼ੋ ਕਰਦੀਆਂ ਕਿ ਵੈਸਲਸ ਇੰਸਟੈਡ ਆਫ ਟਰੈਕਿਡਸ ਆਰ ਮੋਰ ਐਫੀਸ਼ੀਐਂਟ ਇਨ ਅਪਵਰਡ ਮੂਵਮੈਂਟ ਆਫ ਵਾਟਰ and truly so the dominant flora adapted vessels in the places of tracheids। ਤਾਂ ਕੁਛ ਸਟੱਡੀਜ਼ ਕਹਿੰਦੀਆਂ ਆ ਕਿ ਟਰੈਕਿਡਸ ਜ਼ਿਆਦਾ ਇਫੈਕਟਿਵ ਆ ਪਾਣੀ ਨੂੰ ਉੱਪਰ ਭੇਜਣ 'ਚ, ਪਰ ਜ਼ਿਆਦਾਤਰ ਸਟੱਡੀਜ਼ ਜਿਹੜੀਆਂ ਆ ਪ੍ਰੈਕਟੀਕਲਸ ਉਹ ਇਹੀ ਕਹਿੰਦੇ ਆ ਕਿ ਵੈਸਲਸ ਜ਼ਿਆਦਾ ਐਫੀਸ਼ੀਐਂਟ ਆ ਇਨ ਦਾ ਅਪਵਰਡ ਮੂਵਮੈਂਟ ਆਫ ਦਾ ਵਾਟਰ। ਤਾਂ ਕਰਕੇ ਜਿਹੜੇ ਹਾਇਰ ਪਲਾਂਟਸ ਆ ਜ਼ਿਆਦਾਤਰ ਉਹਨਾਂ 'ਚ ਉਹ ਅਡੈਪਟ ਹੋ ਗਏ, ਵੈਸਲਸ ਉਹਨਾਂ ਦੇ ਵਿੱਚ ਜ਼ਿਆਦਾਤਰ ਅਡੈਪਟਡ ਹੋਇਆ ਐਜ਼ ਕੰਪੇਅਰ ਟੂ ਟਰੈਕਿਡਸ।
ਕਿ ਜ਼ਿਆਦਾ ਪਲਾਂਟਸ ਦੇ ਵਿੱਚ ਵੈਸਲਸ ਜ਼ਿਆਦਾ ਦੇਖਣ ਨੂੰ ਮਿਲਦੇ ਆ ਜ਼ਾਈਲਮ ਦੇ ਵਿੱਚ। ਏਅਰ ਬਬਲ ਜਿਹੜਾ have been found to occur frequently in the xylem vessels and increase in size and number with the increase in temperature, height, tension। ਇਹ ਬੱਬਲ ਜਿਹੜੇ ਆ ਬਲੌਕ ਕਰ ਦਿੰਦੇ ਆ ਨੈਰੋ ਵਾਟਰ ਚੈਨਲਸ ਐਂਡ ਸ਼ੁੱਡ ਨਾਰਮਲੀ ਬ੍ਰੇਕ ਦਾ ਵਾਟਰ ਕਾਲਮ। ਮਿਲਬਰਨ ਤੇ ਜੌਨਸਨ ਨੇ 1966 ਦੇ ਵਿੱਚ ਇਹ ਦੱਸਿਆ ਸੀਗਾ ਕਿ ਵਾਟਰ ਕਾਲਮ ਫ੍ਰੀਕੁਐਂਟਲੀ ਬ੍ਰੇਕ even in herbaceous plants. The ascent of sap, however, continues even under such condition। ਹੁਣ ਏਅਰ ਬਲੌਕ ਜਿਹੜਾ ਹੈ ਮੰਨਿਆ ਜਾਂਦਾ ਆ ਕਿ ਕੁਛ ਜਿਹੜੇ ਬਹੁਤ ਹੀ ਬਰੀਕ ਐਲੀਮੈਂਟਸ ਜ਼ਾਈਲਮ ਦੇ ਹੋਣੇ ਆ ਉਹਨਾਂ 'ਚ ਭਾਵੇਂ ਕਦੇ ਬਬਲ ਆ ਗਿਆ ਤਾਂ ਪਾਣੀ ਜਿਹੜਾ ਆ ਉਹ ਰੁਕ ਜਾਵੇ। ਵੈਸੇ ਉਹਨਾਂ 'ਚ ਵੀ ਘੱਟ ਹੀ ਦੇਖਣ ਨੂੰ ਮਿਲਿਆ ਰੁਕਿਆ, ਪਰ ਜਿਹੜੇ ਟਾਲ ਟਰੀਜ਼ 'ਚ ਮਾੜਾ ਜਿਹਾ ਵੀ ਜਿਹੜਾ ਲਿਊਮਨ ਵੱਡਾ ਆ ਉਹਦੇ ਵਿੱਚ ਤਾਂ ਬਿਲਕੁਲ ਨਹੀਂ ਇਹ ਬ੍ਰੇਕ ਕਰਦੇ। ਹਰਬੇਸ਼ੀਅਸ ਪਲਾਂਟਸ 'ਚ ਭਾਵੇਂ ਕਿਤੇ ਕਦੇ ਰੁਕ ਗਿਆ ਹੋਵੇ, ਪਰ ਨਹੀਂ, ਜ਼ਿਆਦਾਤਰ ਨਹੀਂ ਦੇਖਿਆ ਗਿਆ ਕਿ ਨਹੀਂ ਰੋਕ ਸਕਦੇ ਇਹ ਵਾਟਰ ਕਾਲਮ ਨੂੰ ਜਾਂ ਨਹੀਂ ਤੋੜ ਸਕਦੇ ਵਾਟਰ ਕਾਲਮ ਨੂੰ। ਅਪਵਰਡ ਮੂਵਮੈਂਟ ਆਫ ਵਾਟਰ ਅਕਰਸ ਈਵਨ ਵੈਨ ਦਾ ਕੰਟੀਨਿਊਟੀ ਆਫ ਵਾਟਰ ਕਾਲਮ ਇਜ਼ ਬ੍ਰੋਕਨ ਬਾਏ ਓਵਰਲੈਪਿੰਗ ਕੱਟਸ। ਜੇ ਕੱਟ ਲੱਗ ਜਾਵੇ ਇੱਕ ਅੱਧੇ ਕੱਟ ਨਾਲ ਤਾਂ ਕੁਛ ਨਹੀਂ ਹੋਣਾ, ਜੇ ਬਹੁਤ ਸਾਰੇ ਕੱਟਸ ਲੱਗ ਜਾਣ ਫਿਰ ਭਾਵੇਂ ਜਿਹੜਾ ਇਹ ਟੁੱਟ ਜਾਣ। ਫਿਰ ਫੈਕਟਰਸ ਅਫੈਕਟਿੰਗ ਅਸੈਂਟ ਆਫ ਸੈਪ ਤਾਂ ਆਪਾਂ ਦੇਖਿਆ ਹੀ ਆ ਕਿ ਬਹੁਤ ਸਾਰੇ ਫੈਕਟਰਸ ਆ ਜਿਹੜੇ ਅਸੈਂਟ ਆਫ ਸੈਪ ਨੂੰ ਅਫੈਕਟ ਕਰਦੇ ਆ, ਜਿਵੇਂ ਹਾਈ ਟੈਂਪਰੇਚਰ, ਲੋ ਐਟਮੋਸਫੇਰਿਕ ਹਿਊਮਿਡਿਟੀ, ਦੈਨ ਹਾਈ ਐਟਮੋਸਫੇਰਿਕ ਪ੍ਰੈਸ਼ਰ, ਵਿੰਡ ਵੈਲੋਸਿਟੀ। ਇਹ ਕੁਛ ਫੈਕਟਰਸ ਹੈਗੇ ਆ ਜਿਹੜੇ ਅਫੈਕਟ ਕਰਦੇ। ਟਰਾਂਸਪੀਰੇਸ਼ਨ, ਹੁਣ ਜੇ ਟਰਾਂਸਪੀਰੇਸ਼ਨ ਹੁੰਦਾ ਰਿਹਾ ਪ੍ਰੋਪਰ ਤਾਂ ਆਪਣੇ ਆਪ ਹੀ ਪੁੱਲ ਜਿਹੜਾ ਉਹ ਬਣਿਆ ਰਹਿਣਾ, ਖਿੱਚੋਤਾਣੀ ਦਾ ਪ੍ਰੋਸੈਸ ਜਿਹੜਾ ਚੱਲਦਾ ਰਹਿਣਾ ਆ ਅਤੇ ਪਾਣੀ ਮੂਵ ਕਰਦੇ ਰਹਿਣਾ। ਬਹੁਤ ਕਿਤੇ ਸਨੀ ਡੇਜ਼ ਨਾ ਹੋਣ, ਜਿਵੇਂ ਹੁਣ ਇਸ ਮੌਸਮ 'ਚ ਬੱਦਲ ਆ ਜਾਂ ਬਰਫ਼ ਪੈ ਗਈ, ਸਟੋਮੈਟਾ ਨਹੀਂ ਖੁੱਲ੍ਹ ਪਾਏ ਪ੍ਰੋਪਰਲੀ, ਤਾਂ ਭਾਵੇਂ ਇਹਦੇ 'ਤੇ ਐਸੈਂਟ ਆਫ ਸੈਪ 'ਤੇ ਅਫੈਕਟ ਪੈਂਦਾ ਆ, ਅਦਰਵਾਈਜ਼ ਨਹੀਂ। ਅਤੇ ਇਹਦੇ ਨਾਲ ਹੀ ਇਹ ਵਾਲਾ ਚੈਪਟਰ ਖ਼ਤਮ ਹੋ ਗਿਆ ਆ। ਪੜ੍ਹ ਲਿਓ, ਨਹੀਂ ਸਮਝ ਆਇਆ ਦੁਬਾਰਾ ਪੁੱਛ ਲਿਓ। ਟਿਲ ਦੈਨ ਗੁੱਡ ਬਾਏ ਬੇਟਾ।